हेलो स्टूडेंट्स, वेरी गुड मॉर्निंग टू ऑल ऑफ यू स्टूडेंट्स। ਆਪਾਂ ਕਾफ़ੀ ਪ੍ਰੋਪਰਟੀਜ਼ ਨੇ ਜਿਹੜੀਆਂ ਪੀਰੀਓਡਿਕ ਟੇਬਲ ਦੀਆਂ ਸਟੱਡੀ ਕਰ ਲਈਆਂ ਨੇ। ਲਾਸਟ ਟੌਪਿਕ ਰਹਿ ਗਿਆ ਇਸ ਚੈਪਟਰ ਦਾ, ਉਹ ਅੱਜ ਆਪਾਂ ਖਤਮ ਕਰ ਦੇਣਾ, ਯਾਨੀ ਕਿ ਇਹ ਚੈਪਟਰ ਅੱਜ ਖਤਮ ਹੋ ਜਾਏਗਾ। ਲਾਸਟ ਟੌਪਿਕ ਹੈ ਪੀਰੀਓਡਿਕ ਟ੍ਰੈਂਡਸ ਇਨ ਕੈਮੀਕਲ ਪ੍ਰੋਪਰਟੀਜ਼। ਇਸ ਤੋਂ ਇਲਾਵਾ ਜਿਹੜੀਆਂ ਪ੍ਰੋਪਰਟੀਜ਼ ਨੇ, ਯਾਨੀ ਕਿ ਐਟੋਮਿਕ ਸਾਈਜ਼, ਆਇਓਨਾਈਜੇਸ਼ਨ એનર્ਜੀ, ਇਲੈਕਟ੍ਰੋਨ ਗੇਨ એનર્ਜੀ ਅਤੇ ਇਲੈਕਟ੍ਰੋਨੈਗੇਟਿਵਿਟੀ, ਇਹ ਤੋਂ ਇਲਾਵਾ ਜਿਹੜੀਆਂ ਪ੍ਰੋਪਰਟੀਜ਼ ਨੇ ਹੋਰ ਜਿਹੜੀਆਂ ਪੀਰੀਓਡਿਕਲੀ ਵੇਰੀ ਕਰਦੀਆਂ ਨੇ ਪੀਰੀਓਡਿਕ ਟੇਬਲ ਦੇ ਵਿੱਚ, ਉਹਨਾਂ ਬਾਰੇ ਡਿਸਕਸ ਕਰਨ ਲੱਗੇ ਹਾਂ। ਛੋਟਾ ਜਿਹਾ ਟੌਪਿਕ ਹੈ, ਜਲਦੀ ਖਤਮ ਹੋ ਜਾਣਾ, ਧਿਆਨ ਨਾਲ ਇਹਨੂੰ ਸੁਣਨਾ। ਪਹਿਲਾ ਹੈਗਾ ਵਿਲੈਂਸ ਔਰ ਵਿਲੈਂਸੀ ਔਰ ਆਕਸੀਡੇਸ਼ਨ ਸਟੇਟ। ਠੀਕ ਹੈ, ਤਿੰਨ ਨਾਮ ਨੇ ਇਹਦੇ, ਵਿਲੈਂਸ, ਠੀਕ ਹੈ, ਵਿਲੈਂਸੀ ਔਰ ਆਕਸੀਡੇਸ਼ਨ ਸਟੇਟ। ਇਹਦੇ ਪੁਰਾਣੇ ਨਾਮ ਨੇ। ਜਿਹੜਾ ਵਿਲੈਂਸ ਐਂਡ ਵਿਲੈਂਸੀ ਹੈ, ਦੇ ਆਰ ਓਲਡ ਨੇਮਸ। ਤੁਸੀਂ ਵਿਲੈਂਸੀ ਬਾਰੇ ਬਹੁਤ ਵਾਰ ਸੁਣਿਆ ਹੋਣਾ, ਬਟ ਅੱਜ ਕੱਲ੍ਹ ਇਹਨੂੰ ਆਕਸੀਡੇਸ਼ਨ ਸਟੇਟ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਓਕੇ, ਸਾਰੀਆਂ ਜਿਹੜੀਆਂ ਕੈਮੀਕਲ ਪ੍ਰੋਪਰਟੀਜ਼ ਨੇ, ਇੱਕ ਐਟਮ ਕਿੱਦਾਂ ਦੂਸਰੇ ਐਟਮ ਨਾਲ ਕੰਬਾਈਨ ਕਰਦਾ ਹੈ, ਕਿੱਦਾਂ ਰਿਐਕਸ਼ਨ ਦਿੰਦਾ ਹੈ, ਉਹ ਸਾਰਾ ਕੁਝ ਡਿਪੈਂਡ ਕਰਦਾ ਇਸ ਚੀਜ਼ ਦੇ ਉੱਪਰ, ਇਸ ਟਰਮ ਦੇ ਉੱਪਰ ਸਾਰਾ ਕੁਝ ਡਿਪੈਂਡ ਕਰਦਾ ਹੈ। ਇਟ ਮੀਨਸ ਇਹ ਮੋਸਟ ਇੰਪੋਰਟੈਂਟ ਪ੍ਰੋਪਰਟੀ ਹੋ ਗਈ ਆ ਐਲੀਮੈਂਟਸ ਦੀ ਇਨ ਏ ਪੀਰੀਓਡਿਕ ਟੇਬਲ। ਓਕੇ, ਨਾ ਅੱਗੇ ਆਪਾਂ ਕਰਦੇ ਹਾਂ ਵਿਲੈਂਸੀ ਜਾਂ ਵਿਲੈਂਸ ਜਾਂ ਵੇਲੈਂਸ ਇਲੈਕਟ੍ਰੋਨਸ ਕੀ ਹੁੰਦੇ ਨੇ। ਦੇਖੋ, ਇੱਕ ਐਟਮ ਹੈ, ਐਟਮ ਦੇ ਅੰਦਰਲੇ ਸਾਰੇ ਇਲੈਕਟ੍ਰੋਨਸ ਆਰਬਿਟਲਸ ਭਰੇ ਹੋਏ ਨੇ। ਜਿਹੜਾ ਬਾਹਰਲਾ ਸ਼ੈਲ ਹੈ ਉਹਦੇ ਵਿੱਚ ਮੰਨ ਲਓ 5 ਇਲੈਕਟ੍ਰੋਨ ਨੇ, ਸਪੋਜ਼ ਕਰ ਲਓ ਪਹਿਲਾਂ 3 ਨੇ, 4 ਤੋਂ ਘੱਟ ਨੇ ਪਹਿਲਾਂ। ਓਕੇ, 3 ਇਲੈਕਟ੍ਰੋਨਸ ਨੇ। ਲਾਸਟ ਸ਼ੈਲ ਦੇ ਵਿੱਚ ਕਿਸੇ ਵੀ ਐਟਮ ਦੇ ਜਦੋਂ ਤੁਸੀਂ ਇਲੈਕਟ੍ਰੋਨਿਕ ਕਨਫੀਗਰੇਸ਼ਨ ਲਿਖੋਗੇ, ਲਾਸਟ ਸ਼ੈਲ ਦੇ ਵਿੱਚ ਕਿੰਨੇ ਇਲੈਕਟ੍ਰੋਨ ਆ ਰਹੇ ਨੇ, ਉਹਨਾਂ ਨੂੰ ਵੇਲੈਂਸ ਇਲੈਕਟ੍ਰੋਨ ਬੋਲਿਆ ਜਾਂਦਾ ਹੈ। ਅਗਰ ਉਹ 4 ਨੇ ਜਾਂ 4 ਤੋਂ ਘੱਟ ਨੇ ਤਾਂ ਇਹਦੀ ਵੈਲੈਂਸੀ ਬਣ ਜਾਂਦੀ ਹੈ। ਅਗਰ ਉਹ ਮੋਰ ਦੈਨ 4 ਨੇ, ਮੋਰ ਦੈਨ 4 ਨੇ, ਤਾਂ ਉਹਨਾਂ ਨੂੰ 8 ਚੋਂ ਮਾਈਨਸ ਕਰਕੇ ਵੇਖ ਲਵੋ, ਉਹਦੀ ਵੈਲੈਂਸੀ ਬਣ ਜਾਣੀ ਹੈ। ਮੈਂ ਤੁਹਾਨੂੰ ਕਰਵਾਊਂਗਾ ਵੈਲੈਂਸੀ, ਧਿਆਨ ਨਾਲ ਪੜ੍ਹਨੀ ਹੈ ਇਹ ਵੈਲੈਂਸੀ। ਵੈਲੈਂਸੀ ਅੱਗੇ ਆਪਾਂ ਕਰਦੇ ਹਾਂ ਕੀ ਹੁੰਦੀ ਹੈ। ਵੈਲੈਂਸ ਇਲੈਕਟ੍ਰੋਨ ਤੁਹਾਨੂੰ ਦੱਸਤਾ, ਲਾਸਟ ਸ਼ੈਲ ਦੇ ਵਿੱਚ ਜਿੰਨੇ ਇਲੈਕਟ੍ਰੋਨਸ ਨੇ ਦੇ ਆਰ ਵੈਲੈਂਸ ਇਲੈਕਟ੍ਰੋਨ। ਆਪਾਂ ਪਹਿਲੇ ਗਰੁੱਪ ਦੇ ਸੈਕੰਡ ਪੀਰੀਅਡ ਦੇ ਐਲੀਮੈਂਟ ਲਿਖ ਲੈਂਦੇ ਹਾਂ, ਲੀਥੀਅਮ, ਬਰੀਲੀਅਮ, ਬੋਰੋਨ, ਕਾਰਬਨ, ਨਾਈਟ੍ਰੋਜਨ, ਆਕਸੀਜਨ, ਫਲੋਰੀਨ ਐਂਡ ਨਿਓਨ। ਇਹਦਾ ਐਟੋਮਿਕ ਨੰਬਰ 3, 4, 5, 6, 7, 8, 9 ਐਂਡ 10। ਇਹਦੀ ਅਗਰ ਇਲੈਕਟ੍ਰੋਨਿਕ ਕਨਫੀਗਰੇਸ਼ਨ ਦੇਖਣੀ ਹੋਵੇ ਤਾਂ ਪਹਿਲੇ ਸ਼ੈਲ ਦੇ ਵਿੱਚ 2 ਇਲੈਕਟ੍ਰੋਨ ਨੇ, ਦੂਸਰੇ ਦੇ ਵਿੱਚ 1 ਇਲੈਕਟ੍ਰੋਨ ਹੈ। ਫਿਰ 2 ਆ ਗਿਆ, 2 3 ਆ ਗਿਆ, 2 4 ਆ ਗਿਆ, 2 5, 2 6, 2 7, 2 8। ਇਹ ਪੂਰਾ ਸ਼ੈਲ ਇੱਥੇ ਤੱਕ ਭਰ ਜਾਂਦਾ। ਇਹ ਆ ਗਈ ਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ। ਹੁਣ ਤੁਸੀਂ ਦੇਖੋ ਇਹਦੇ ਲਾਸਟ ਸ਼ੈਲ 'ਚ ਕਿੰਨੇ ਇਲੈਕਟ੍ਰੋਨ ਨੇ, 1। ਇਟ ਮੀਨਸ ਇਹਦੇ ਵੇਲੈਂਸ ਇਲੈਕਟ੍ਰੋਨ ਕਿੰਨੇ ਹੋ ਗਏ, 1। ਇਹਦੇ ਵੇਲੈਂਸ ਇਲੈਕਟ੍ਰੋਨ 2, ਇਹਦੇ ਵੇਲੈਂਸ ਇਲੈਕਟ੍ਰੋਨ 3, ਇਹਦੇ ਵੇਲੈਂਸ ਇਲੈਕਟ੍ਰੋਨ 4, 5, 6, 7, 8। ਇਹ ਇਹਨਾਂ ਦੇ ਵੇਲੈਂਸ ਇਲੈਕਟ੍ਰੋਨ ਹੋ ਗਏ। ਵੈਲੈਂਸੀ ਜਿਹੜੀ ਹੁੰਦੀ ਹੈ, ਇਹਦੀ ਵੈਲੈਂਸੀ 1, ਇਹਦੀ ਵੈਲੈਂਸੀ 2, ਇਹਦੀ ਵੈਲੈਂਸੀ 3, ਇਹਦੀ ਵੈਲੈਂਸੀ 4। ਇਹਦੇ ਵਿੱਚ ਇਲੈਕਟ੍ਰੋਨ 5 ਤੋਂ ਜ਼ਿਆਦਾ ਹੈ, ਇਹਨੂੰ 8 ਚੋਂ ਮਾਈਨਸ ਕਰ ਦਿਓ। ਇਹਦੀ ਵੈਲੈਂਸੀ 3, ਇਹਦੀ ਵੈਲੈਂਸੀ 2, ਇਹਦੀ ਵੈਲੈਂਸੀ 1, ਇਹਦੀ ਵੈਲੈਂਸੀ 0। ਜਿਹੜੀ ਸਟੈਂਡਰਡ ਵੈਲੈਂਸੀ ਆ ਉਹ ਤਾਂ ਇਹਨਾਂ ਦੀ ਇਹੀ ਐਗਜ਼ਿਸਟ ਕਰਨੀ ਆ। ਤਾਂ ਵੈਲੈਂਸੀ ਕੀ ਹੁੰਦੀ ਹੈ, ਅਗਰ ਲਾਸਟ ਸੈੱਲ 'ਚ 4 ਇਲੈਕਟ੍ਰੋਨ ਨੇ ਤਾਂ ਉਹੀ ਉਹਦੀ ਵੈਲੈਂਸੀ ਹੈ, 4 ਜਾਂ 4 ਤੋਂ ਘੱਟ ਨੇ। ਅਗਰ 4 ਤੋਂ ਜ਼ਿਆਦਾ ਨੇ ਤਾਂ ਉਹਨਾਂ ਨੂੰ 8 ਚੋਂ ਮਾਈਨਸ ਕਰਕੇ ਵੇਖ ਲਵੋ, ਉਹ ਉਹਨਾਂ ਦੀ ਵੈਲੈਂਸੀ ਬਣ ਜਾਂਦੀ ਹੈ। ਸੋ ਵੈਲੈਂਸੀ ਹੋ ਗਈ ਇਹ। ਓਕੇ, ਨਾਓ ਨੈਕਸਟ ਹੈ, ਇਹ ਜਿਹੜੀ ਵੈਲੈਂਸੀ ਹੈ ਇਹ ਇੱਕ ਪੀਰੀਅਡ ਦੇ ਵਿੱਚ ਤੇ ਇੱਕ ਗਰੁੱਪ ਦੇ ਵਿੱਚ ਕਿਵੇਂ ਵੇਰੀ ਕਰਦੀ ਹੈ। ਠੀਕ ਹੈ, ਜਿਹੜੀ ਵੈਲੈਂਸੀ ਹੈ ਉਹ ਇੱਕ ਪੀਰੀਅਡ ਦੇ ਵਿੱਚ ਐਂਡ ਗਰੁੱਪ ਦੇ ਵਿੱਚ ਕਿਵੇਂ ਵੇਰੀ ਕਰਦੀ ਹੈ। ਇੱਕ ਪੀਰੀਅਡ ਦੇ ਵਿੱਚ ਤਾਂ ਆਪਾਂ ਹੁਣੇ ਦੇਖਿਆ, ਪਹਿਲਾਂ 1 to 4 ਤੱਕ ਇਨਕਰੀਜ਼ ਕਰਦੀ ਹੈ, ਪਹਿਲਾਂ 1 to 4 ਤੱਕ ਇਨਕਰੀਜ਼ ਕਰੂਗੀ, ਫਿਰ 4 ਤੋਂ 8 ਤੱਕ ਕੀ ਕਰੂਗੀ, ਉਹ ਡਿਕਰੀਜ਼ ਕਰਦੀ ਹੈ। ਮੀਨਸ ਜਿਹੜੀ ਵੈਲੈਂਸੀ ਹੈ ਉਹ ਪਹਿਲਾਂ ਪੀਰੀਅਡ ਦੇ ਵਿੱਚ ਜਦੋਂ ਆਪਾਂ ਲੈਫਟ ਟੂ ਰਾਈਟ ਮੂਵ ਕਰਦੇ ਹਾਂ, ਪਹਿਲਾਂ ਇਨਕਰੀਜ਼ ਕਰੇਗੀ, ਫਿਰ ਡਿਕਰੀਜ਼ ਕਰੇਗੀ। ਨੈਕਸਟ ਹੈਗਾ ਗਰੁੱਪ ਦੇ ਵਿੱਚ ਕਿੱਦਾਂ ਵੇਰੀ ਕਰਦੀ ਹੈ। ਇੱਕ ਗਰੁੱਪ ਦੇ ਵਿੱਚ ਜਿਹੜੀ ਵੈਲੈਂਸੀ ਹੈ ਉਹ ਸੇਮ ਰਹਿੰਦੀ ਹੈ। ਵੈਲੈਂਸੀ ਕੀ ਰਹਿੰਦੀ ਹੈ, ਸੇਮ ਰਹਿੰਦੀ ਹੈ। ਕਿਉਂ, ਜਿਵੇਂ ਆਪਣੇ ਕੋਲੇ ਹਾਈਡਰੋਜਨ ਪਹਿਲਾ ਗਰੁੱਪ ਆ, ਲੀਥੀਅਮ, सोडियम हलीना की रब से फ्रेया,
ਇਹ ਸਾਰਿਆਂ ਦੀ ਵੈਲੈਂਸੀ 1 ਹੈ। ਕਿਉਂ? ਕਿਉਂਕਿ ਇਹਨਾਂ ਦੇ ਲਾਸਟ ਸ਼ੈਲ ਦੇ ਵਿੱਚ ਸਿਰਫ ਇੱਕ ਇਲੈਕਟ੍ਰੋਨ ਆ ਸਾਰਿਆਂ ਦੇ ਵਿੱਚ। ਸੋ ਡਾਊਨ ਦਾ ਗਰੁੱਪ ਮੂਵ ਕਰਦੇ ਆ ਵੈਲੈਂਸੀ ਸੇਮ ਰਹਿੰਦੀ ਹੈ। ਅਲੋਂਗ ਦਾ ਪੀਰੀਅਡ ਮੂਵ ਕਰਦੇ ਆ ਵੈਲੈਂਸੀ ਪਹਿਲਾਂ ਇਨਕਰੀਜ਼ ਕਰਦੀ ਹੈ ਫਿਰ ਡਿਕਰੀਜ਼ ਕਰਦੀ ਹੈ। ਓਕੇ, ਨੈਕਸਟ ਟਰਮ ਆਪਾਂ ਕਰਦੇ ਆ ਦੈਟ ਇਜ਼ ਆਕਸੀਡੇਸ਼ਨ ਸਟੇਟ। ਆਕਸੀਡੇਸ਼ਨ ਸਟੇਟ ਮੈਂ ਤੁਹਾਨੂੰ ਅੱਜ ਨਵਾਂ ਟੌਪਿਕ ਕਰਵਾਉਣ ਲੱਗਿਆ, ਮੇ ਵੀ ਇਹ ਤੁਹਾਨੂੰ ਬੁੱਕ ਤੇ ਨਾ ਮਿਲੇ। ਵੈਲੈਂਸੀ ਨੂੰ ਹੀ ਮਾਡਰਨ ਟਰਮਸ ਦੇ ਵਿੱਚ ਆਕਸੀਡੇਸ਼ਨ ਸਟੇਟ ਦੇ ਨਾਲ ਜਾਣਿਆ ਜਾਂਦਾ ਹੈ। ਆਕਸੀਡੇਸ਼ਨ ਸਟੇਟ, ਆਕਸੀਡੇਸ਼ਨ ਸਟੇਟ ਕੀ ਹੁੰਦੀ ਹੈ? ਆਕਸੀਡੇਸ਼ਨ ਸਟੇਟ ਇਜ਼ ਦਾ ਚਾਰਜ, ਆਕਸੀਡੇਸ਼ਨ ਸਟੇਟ is a charge on an atom in a molecule। ਇੱਕ ਮੋਲੀਕਿਊਲ ਦੇ ਵਿੱਚ ਇੱਕ ਐਟਮ ਦੇ ਉੱਪਰ ਕਿੰਨਾ ਚਾਰਜ ਆ ਰਿਹਾ, ਦੈਟ ਇਜ਼ ਆਕਸੀਡੇਸ਼ਨ ਸਟੇਟ। ਫॉर ਐਗਜ਼ਾਮਪਲ ਤੁਹਾਡੇ ਕੋਲੇ OF2 ਹੈ। OF2 ਇੱਕ ਮੋਲੀਕਿਊਲ ਹੈ, ਇਹਦੇ ਵਿੱਚ ਜਿਹੜਾ ਫਲੋਰੀਨ ਹੈ, ਫਲੋਰੀਨ ਦੇ ਉੱਪਰ ਜਿਹੜਾ ਚਾਰਜ ਹੈ ਉਹ -1 ਹੈ। ਫਲੋਰੀਨ ਦੇ ਉੱਪਰ ਕਿੰਨਾ ਚਾਰਜ ਹੈ? -1। ਆਕਸੀਜਨ ਦੇ ਉੱਪਰ ਜਿਹੜਾ ਚਾਰਜ ਹੈ ਉਹ +2 ਹੈ। ਇਟ ਮੀਨਸ ਫਲੋਰੀਨ ਦੀ ਆਕਸੀਡੇਸ਼ਨ ਸਟੇਟ -1 ਹੋ ਗਈ ਤੇ ਆਕਸੀਜਨ ਦੀ ਆਕਸੀਡੇਸ਼ਨ ਸਟੇਟ ਕਿੰਨੀ ਹੋ ਗਈ? +2। ਫਲੋਰੀਨ ਦੀ ਆਕਸੀਡੇਸ਼ਨ ਸਟੇਟ -1 ਹੈ, ਆਕਸੀਜਨ ਦੀ ਕਿੰਨੀ ਆ? +2। ਓਕੇ, ਇਹਨੂੰ ਸਮਟਾਈਮਸ ਰੋਮਨ ਲੈਟਰਸ ਦੇ ਵਿੱਚ ਵੀ ਲਿਖਿਆ ਜਾਂਦਾ ਹੈ। ਓਕੇ, ਜਿਵੇਂ ਇੱਥੇ 1 ਲਿਖਿਆ ਗਿਆ, ਇੱਥੇ ਕੀ ਲਿਖਿਆ ਗਿਆ? 2। +1 ਹੈ ਜਾਂ -1 ਆ, ਉਹ ਅੱਗੇ ਸਾਈਨ ਲੱਗ ਜਾਂਦਾ ਹੈ। ਠੀਕ ਹੈ ਜੀ, ਤਾਂ ਇਹਦੀ ਵੈਲੈਂਸੀ ਆ ਗਈ, ਸੌਰੀ ਆਕਸੀਡੇਸ਼ਨ ਸਟੇਟ ਆ ਗਈ। ਹੁਣ ਤੁਸੀਂ ਆਕਸੀਡੇਸ਼ਨ ਸਟੇਟ ਕਿਵੇਂ ਕੈਲਕੂਲੇਟ ਕਰੋਗੇ ਕਿਸੇ ਐਟਮ ਦੀ? ਵੈਸੇ ਤਾਂ ਇਹ ਕਿਸੇ ਹੋਰ ਚੈਪਟਰ ਦਾ ਟੌਪਿਕ ਹੈ, ਬਟ ਮੈਂ ਤੁਹਾਨੂੰ ਇੱਥੇ ਹੀ ਕਲੀਅਰ ਕਰਵਾ ਦਿੰਦਾ ਤਾਂ ਕਿ ਤੁਸੀਂ ਆਕਸੀਡੇਸ਼ਨ ਸਟੇਟ ਦੇ ਵਿੱਚ ਉਲਝੋ ਨਾ। ਕਿਸੇ ਵੀ ਮੋਲੀਕਿਊਲ ਦੀ ਆਕਸੀਡੇਸ਼ਨ ਸਟੇਟ ਤੁਸੀਂ ਈਜ਼ੀਲੀ ਕੈਲਕੂਲੇਟ ਕਰ ਸਕਦੇ ਹੋ। ਓਕੇ, ਤਾਂ ਆਪਾਂ ਅੱਗੇ ਟੌਪਿਕ ਕਰਦੇ ਹਾਂ ਹਾਊ ਟੂ ਕੈਲਕੂਲੇਟ ਆਕਸੀਡੇਸ਼ਨ ਸਟੇਟ ਆਫ ਐਨ ਐਟਮ ਇਨ ਏ ਮੋਲੀਕਿਊਲ। ਹਾਊ ਟੂ ਕੈਲਕੂਲੇਟ ऑक्सीडेशन स्टेट ऑफ एन एटम। कुछ रूल्स ने। पहला रूल है, अगर कोई हैलोजन है, हैलोजन एटम एज ए इलैक्ट्रोनैगेटिव एलीमेंट अटैच होया हुआ है, इलैक्ट्रोनैगेटिव एलीमेंट अटैच होया हुआ तो उसकी जी स्टेट है वो -1 है। जानी कि फ्लोरीन, क्लोरीन, ब्रोमीन ते आयोडीन, इन्हां चारां दे विचों कोई भी, ठीक है, ਐਜ਼ ਏ ਇਲੈਕਟ੍ਰੋਨੈਗੇਟਿਵ ਕੰਮ ਕਰਦਾ ਹੈ। ਇਲੈਕਟ੍ਰੋਨੈਗੇਟਿਵ ਦਾ ਮੀਨਿੰਗ ਵੀ ਇਹ ਐਟਮ ਪਿੱਛੇ ਲੱਗੇ ਹੋਏ ਨੇ, ਅੱਗੇ ਕੋਈ ਹੋਰ ਐਟਮ ਲੱਗਿਆ ਹੋਇਆ ਮੋਲੀਕਿਊਲ ਦੇ ਵਿੱਚ, ਜਿਵੇਂ HCl ਹੈ ਜਾਂ HF ਹੈ। ਇਹ ਇਲੈਕਟ੍ਰੋਨੈਗੇਟਿਵ ਹੈ, ਇਹ ਇਲੈਕਟ੍ਰੋ ਪੋਜ਼ਿਟਿਵ ਹੈ। ਜਿਹੜੀ ਚੀਜ਼ ਅੱਗੇ ਲੱਗ ਜਾਂਦੀ ਹੈ ਮੋਲੀਕਿਊਲ ਦੇ ਉਹ ਇਲੈਕਟ੍ਰੋ ਪੋਜ਼ਿਟਿਵ ਹੁੰਦੀ ਹੈ, ਜਿਹੜੀ ਚੀਜ਼ ਬਾਅਦ ਦੇ ਵਿੱਚ ਆਉਂਦੀ ਹੈ ਉਹ ਇਲੈਕਟ੍ਰੋਨੈਗੇਟਿਵ ਹੁੰਦੀ ਹੈ। ਪੋਜ਼ਿਟਿਵ ਨੈਗੇਟਿਵ ਦਾ ਮੀਨਿੰਗ ਕੀ ਹੈ ਕਿ ਇਸ ਮੋਲੀਕਿਊਲ ਦੇ ਉੱਪਰ, ਸੌਰੀ ਇਸ ਐਟਮ ਦੇ ਉੱਪਰ ਪੋਜ਼ਿਟਿਵ ਸਟੇਟ ਆਏਗੀ, ਇਸ ਦੇ ਉੱਪਰ ਨੈਗੇਟਿਵ ਸਟੇਟ ਆਏਗੀ, ਬਸ ਇਹ ਮੀਨਿੰਗ ਹੁੰਦਾ ਇਹਦਾ। ਤਾਂ ਹਮੇਸ਼ਾ ਜਦੋਂ ਵੀ ਕਿਸੇ ਮੋਲੀਕਿਊਲ ਨੂੰ ਰਾਈਟ ਕਰਨਾ ਹੁੰਦਾ ਹੈ, ਇਲੈਕਟ੍ਰੋ ਪੋਜ਼ਿਟਿਵ ਐਲੀਮੈਂਟ ਨੂੰ ਅੱਗੇ ਲਿਖਿਆ ਜਾਂਦਾ ਤੇ ਇਲੈਕਟ੍ਰੋਨੈਗੇਟਿਵ ਨੂੰ ਬਾਅਦ 'ਚ ਲਿਖਿਆ ਜਾਂਦਾ। ਤਾਂ ਜਦੋਂ ਵੀ ਇਹ ਹੈਲੋਜਨ ਐਜ਼ ਏ ਇਲੈਕਟ੍ਰੋਨੈਗੇਟਿਵ ਕੰਮ ਕਰਦੇ ਨੇ ਤਾਂ ਉੱਥੇ ਇਹਨਾਂ ਦੀ ਸਟੇਟ ਕੀ ਹੋਏਗੀ? -1। ਸੈਕਿੰਡ, ਆਕਸੀਜਨ ਦਾ ਜਿਹੜਾ ਆਕਸੀਡੇਸ਼ਨ ਨੰਬਰ ਹੈ ਸਿੰਪਲ ਆਕਸਾਈਡਸ ਦੇ ਵਿੱਚ, ਜਿਹੜੇ ਸਿੰਪਲ ਜਿਹੇ ਆਕਸਾਈਡਸ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਸੋਡੀਅਮ ਆਕਸਾਈਡ, ਜਿਵੇਂ ਮੈਗਨੀਸ਼ੀਅਮ ਆਕਸਾਈਡ, ਪੋਟਾਸ਼ੀਅਮ ਆਕਸਾਈਡ, ਠੀਕ ਹੈ, ਕਿਸੇ ਕਾਰਬਨ ਦਾ ਆਕਸਾਈਡ ਹੈ ਜਾਂ ਸਲਫਰ ਦਾ ਆਕਸਾਈਡ ਹੈ, ਤਾਂ ਉੱਥੇ ਇਹਦੀ ਸਟੇਟ ਜਿਹੜੀ ਲੈਂਦੇ ਹਾਂ ਆਪਾਂ ਉਹ -2 ਲੈਂਦੇ ਹਾਂ। ਸੇਮ ਹੀ ਹਾਈਡਰੋਜਨ ਹੈ, ਹਾਈਡਰੋਜਨ ਐਟਮ ਐਜ਼ ਏ ਇਲੈਕਟ੍ਰੋ ਪੋਜ਼ਿਟਿਵ ਕੰਮ ਕਰਦਾ ਹੈ, ਅੱਗੇ ਲੱਗਿਆ ਹੋਇਆ ਮੀਨਸ, ਤਾਂ ਇਹਦੀ ਸਟੇਟ ਆਏਗੀ +1। ਫੋਰਥ, ਅਗਰ ਕਿਸੇ ਐਟਮ ਦੀ ਐਲੀਮੈਂਟਰੀ ਸਟੇਟ ਹੈ, ਐਲੀਮੈਂਟਰੀ ਸਟੇਟ ਹੈ, ਤਾਂ ਉੱਥੇ ਸਟੇਟ ਕੀ, ਆਕਸੀਡੇਸ਼ਨ ਸਟੇਟ ਕੀ ਹੋ ਜਾਏਗੀ ਇਹਦੀ? 0। ਐਲੀਮੈਂਟਰੀ ਸਟੇਟ ਜਿਵੇਂ ਸੋਡੀਅਮ ਹੈ, ਸੋਡੀਅਮ ਸੋਲਿਡ ਫਾਰਮ 'ਚ ਐਗਜ਼ਿਸਟ ਕਰਦਾ, ਰਿਐਕਟ ਨਹੀਂ ਕੀਤਾ ਹੋਇਆ, ਸੋਡੀਅਮ ਫ੍ਰੀ ਪਿਆ। ਓਕੇ, ਕਲੋਰੀਨ ਗੈਸ ਹੈ, ਰਿਐਕਟ ਨਹੀਂ ਕੀਤੀ ਹੋਈ। ਹਾਈਡਰੋਜਨ ਗੈਸ ਹੈ, ਰਿਐਕਟ ਨਹੀਂ ਕੀਤੀ ਹੋਈ। ਆਕਸੀਜਨ ਗੈਸ ਹੈ, ਰਿਐਕਟ ਨਹੀਂ ਕੀਤੀ ਹੋਈ। ਤਾਂ ਇਹਨਾਂ ਦੀ ਆਕਸੀਡੇਸ਼ਨ ਸਟੇਟ ਕੀ ਹੋਏਗੀ? 0। ਅਨਰਿਐਕਟਿਵ ਫਾਰਮ ਦੇ ਵਿੱਚ ਹੈ ਤਾਂ ਸਟੇਟ ਕੀ ਹੋ ਜਾਣੀ ਆ? 0। ਅੱਗੇ ਹੈਗਾ ਪਰਆਕਸਾਈਡ। ਪਰਆਕਸਾਈਡ ਜਿਵੇਂ ਕਿ H2O2S, ਹਾਈਡਰੋਜਨ ਪਰਆਕਸਾਈਡ, ਨਾਮ ਸੁਣਿਆ ਹੋਣਾ ਹੈ। ਸੋਡੀਅਮ ਪਰਆਕਸਾਈਡ, ਪਰਆਕਸਾਈਡ ਦੇ ਵਿੱਚ ਆਕਸੀਜਨ ਇੱਦਾਂ ਅਟੈਚ ਹੁੰਦੇ ਨੇ, ਕਿਸੇ ਵੀ ਐਟਮ ਦੇ ਨਾਲ ਅੱਗੇ ਫਰਦਰ ਅਟੈਚ ਹੁੰਦੇ ਨੇ, ਆਹ ਵਾਲੀ ਬੌਂਡਿੰਗ ਹੁੰਦੀ ਹੈ। ਠੀਕ ਹੈ, ਸੇਮ ਹੀ R, C+O, ਪਰਆਕਸਾਈਡ ਆ ਗਿਆ ਆਰਗੈਨਿਕ ਪਰਆਕਸਾਈਡ, ਜਿਹੜਾ ਆਪਾਂ ਆਰਗੈਨਿਕ ਕੈਮਿਸਟਰੀ ਦੇ ਵਿੱਚ ਯੂਜ਼ ਕਰਦੇ ਹਾਂ। ਓਕੇ,
ਪਰੋਕਸਾਈਡ ਜਦੋਂ ਵੀ ਆ ਗਿਆ ਤਾਂ ਆਕਸੀਜੇਸ਼ਨ ਦੀ ਜਿਹੜੀ ਸਟੇਟ ਹੈ ਆਕਸੀਜਨ ਦੀ ਸੌਰੀ ਉਹ -1 ਆ ਜੀ, ਅਦਰਵਾਈਜ਼ -2 ਰਹਿੰਦੀ ਹੈ, ਤੇ ਇੱਥੇ ਕੀ ਆ ਜਾਏਗੀ -1। ਤਾਂ ਇਹਨਾਂ ਐਲੀਮੈਂਟਾਂ ਦੀਆਂ ਸਟੇਟਸ ਤੁਸੀਂ ਯਾਦ ਰੱਖ ਲੈਣੀਆਂ ਨੇ, ਬਾਕੀਆਂ ਦੀਆਂ ਕੈਲਕੂਲੇਟ ਕਰ ਲੈਣੀਆਂ ਨੇ। ਬਾਕੀਆਂ ਦੇ ਕਿਵੇਂ ਕੈਲਕੂਲੇਟ ਕਰੋਗੇ, ਜਿਵੇਂ ਮੈਂ ਤੁਹਾਨੂੰ ਕਰਵਾ ਦੇਣਾ OF2 ਨਾ, ਫਲੋਰੀਨ ਹੈ, ਫਲੋਰੀਨ ਦੀ ਸਟੇਟ ਆਪਾਂ ਨੂੰ ਪਤਾ -1 ਹੁੰਦੀ ਹੈ, ਇਹਦੀ ਸਟੇਟ ਮੰਨ ਲਓ X ਹੈ, ਠੀਕ ਹੈ, ਓਵਰਆਲ ਮੋਲੀਕਿਊਲ ਤੇ ਕੋਈ ਚਾਰਜ ਨਹੀਂ ਹੈ। ਆਕਸੀਜਨ ਦੇ ਉੱਪਰ X ਚਾਰਜ ਹੈ, ਠੀਕ ਹੈ, ਇੱਕ ਫਲੋਰੀਨ ਦੇ ਉੱਪਰ -1 ਚਾਰਜ ਹੈ, ਦੋ ਫਲੋਰੀਨਾਂ ਦੇ ਉੱਪਰ ਕਿੰਨਾ ਚਾਰਜ ਹੋ ਗਿਆ -2। ਓਵਰਆਲ ਮੋਲੀਕਿਊਲ ਤੇ ਕੋਈ ਚਾਰਜ ਨਹੀਂ, ਯਾਨੀ ਕਿ ਆਪਾਂ ਚਾਰਜਸ ਨੂੰ ਜੋੜ ਲਿਆ, ਠੀਕ ਹੈ, ਓਕੇ। ਨਾਓ ਅੱਗੇ ਆ ਗਿਆ X -2 ਇਜ਼ ਇਕੁਅਲ ਟੂ 0, X ਕੀ ਆ ਗਿਆ +2 ਆ ਗਿਆ, ਜਿਹੜਾ ਕਿ ਆਪਾਂ ਪਹਿਲਾਂ ਲਿਖਿਆ ਸੀ ਸੇਮ ਆ ਗਿਆ। ਸੋ ਇੱਦਾਂ ਤੁਸੀਂ ਆਕਸੀਡੇਸ਼ਨ ਸਟੇਟ ਕਿਸੇ ਵੀ ਐਟਮ ਦੀ ਮੋਲੀਕਿਊਲ ਦੇ ਵਿੱਚ ਕੈਲਕੂਲੇਟ ਕਰ ਸਕਦੇ ਹੋ। ਆਪਾਂ ਹੋਰ ਕਰ ਲੈਂਦੇ ਹਾਂ ਇੱਕ ਦੋ ਐਗਜ਼ਾਮਪਲਸ। ਤੁਹਾਡੇ ਕੋਲ ਸੋਡੀਅਮ ਆਕਸਾਈਡ ਹੈ Na2O। ਸਪੋਜ਼ ਕਰੋ ਤੁਹਾਨੂੰ ਕਹਤਾ ਕਿ ਸੋਡੀਅਮ ਦਾ ਆਕਸੀਡੇਸ਼ਨ ਨੰਬਰ ਆਕਸੀਡੇਸ਼ਨ ਸਟੇਟ ਫਾਈਂਡ ਆਊਟ ਕਰੋ। ਸਪੋਜ਼ ਕਰ ਲਓ ਇਹਦੀ X ਹੈ, ਇਹਦੀ -2 ਹੈ, ਕਿਉਂਕਿ ਸਿੰਪਲ ਆਕਸਾਈਡ ਹੈ ਤਾਂ -2 ਹੈਗੀ ਆਕਸੀਡੇਸ਼ਨ ਸਟੇਟ ਆਕਸੀਜਨ ਦੀ। ਨਾ ਇੱਥੇ ਕੀ ਆ ਗਿਆ, ਇੱਕ ਸੋਡੀਅਮ ਦੇ ਉੱਪਰ X ਚਾਰਜ ਹੈ, ਦੋ ਦੇ ਉੱਪਰ ਕਿੰਨਾ ਹੋ ਗਿਆ 2X, ਠੀਕ ਹੈ, -2 ਇਜ਼ ਇਕੁਅਲ ਟੂ 0। ਓਵਰਆਲ ਮੋਲੀਕਿਊਲ ਤੇ ਕੋਈ ਚਾਰਜ ਨਹੀਂ ਹੈ ਤਾਂ ਕਰਕੇ 0 ਦੇ ਇਕੁਅਲ ਰੱਖਿਆ ਮੈਂ, ਠੀਕ ਹੈ। ਤਾਂ ਇੱਥੇ ਆ ਗਿਆ 2X ਇਜ਼ ਇਕੁਅਲ ਟੂ 1, X ਆ ਗਿਆ 1/2, ਠੀਕ ਹੈ, X ਕਿੰਨਾ ਆ ਗਿਆ 1/2। सॉरी इतने गलती कर दी थी, 2 आएगा 2, सॉरी +1 आ जाएगा रिजल्ट। ना आगे एक और एग्जांपल है H2O2। हुण ये परऑक्साइड है, ध्यान रखना है परऑक्साइड है। परऑक्साइड होवे तो ऑक्सीजन की स्टेट की होएगी -1 होएगी। ਇਹਦੀ X ਸਪੋਜ਼ ਕਰ ਲੈਂਦੇ ਹਾਂ, ਆਪਾਂ ਨੂੰ कहता कि ਹਾਈਡਰੋਜਨ ਹੈ ਜਿਹੜਾ ਉਹਦੀ ਆਕਸੀਡੇਸ਼ਨ ਸਟੇਟ ਤੁਸੀਂ ਫਾਈਂਡ ਆਊਟ ਕਰਨੀ ਹੈ, ਓਕੇ। तो यदि -1 है, एक ही आ गया 2X -2 इज इक्वल टू 0, 2X इज इक्वल टू 2, X इज इक्वल टू +1 आ गया। तो यदि स्टेट की आ गई इतने +1 आ गई। इदा तुसी किसी भी मॉलीक्यूल को सॉल्व कर सकते हो। करना की है, अगर फ्लोरीन क्लोरीन ब्रोमीन आयोडीन एज इलैक्ट्रोनैगेटिव ने तो -1 स्टेट लैनी उन्होंने। ऑक्सीजन एज सिंपल ऑक्साइड ने तो -2, हाइड्रोजन एज इलैक्ट्रोपॉजिटिव एलीमेंट लग्या होया अगे लग्या होया मीनस किसी दे तो +1 है। एलीमेंटरी स्टेट 0 होंगी है। एलीमेंटरी स्टेट जो भी किसी एटम की या मॉलीक्यूल की आ जाए तो वह ऑक्सीडेशन नंबर 0 हो जाता है। परऑक्साइड ने तो ऑक्सीजन का जो ऑक्सीडेशन नंबर है ऑक्सीडेशन स्टेट है वो -1 है, ओके। तो रूल्स पढ़ के तुम किसी भी मॉलीक्यूल के किसी भी एटम की ऑक्सीडेशन स्टेट फाइंड आउट कर सकते हो। और नैक्सट है, नैक्सट इज़ डायगोनल रिलेशनशिप। बहुत इंपॉर्टेंट है डायगोनल रिलेशनशिप। डायगोनल रिलेशनशिप, ओके। डायगोनल रिलेशनशिप ना हुंदा की है, एलिमेंट्स ऑफ सेकेंड पीरियड, एलिमेंट्स ऑफ सेकेंड पीरियड shows similarities with elements of third period present diagonally to each other, ठीक है जी। सैकेंड ग्रुप के जोड़े एलीमेंट्स ने थर्ड ग्रुप के जोड़े सॉरी सैकेंड पीरीयड के जोड़े एलीमेंट्स ने वो सिमिलर प्रॉपर्टीज़ शो करते हैं थर्ड पीरीयड एलीमेंट्स के नाल जोड़े डायगनली प्रेजेंट ने। देखो मीनिंग समझाना पैदा, जिमें मान लो तुहाडे कोले पहला ग्रुप है, पहला पीरीयड है लिथियम बरीलियम बोरोन कार्बन का आपाने ये लिख लिया। लिथियम के नीचे आ गया सोडियम, बरीलियम के नीचे आ गया मैग्नीशियम, ये नीचे एलुमीनीयम, ये नीचे सिलिकॉन। एदियां प्रॉपर्टीज़ ये मिलनगियां, ठीक है। डायगनली मीनस लिथियम दियां प्रॉपर्टीज़ मैग्नीशियम के नाल मैच करनगियां, एलुमीनीयम दियां बरीलियम के नाल, बोरोन दियां सिलिकॉन के नाल। इदां क्यों हुंदा है? पहली गल तो इहनूं डायगनल रिलेशनशिप बोलते हैं। डायगनली एलीमेंट की ने सिमिलर ने, पहले तो दूसरे पीरीयड के ने, होर कोई पीरीयड का नहीं, सिर्फ पहले तो दूसरे।
ਸੇਮ ਹੀ ਇਹਦੀਆਂ ਪ੍ਰੋਪਰਟੀਜ਼ ਇਹਦੇ ਨਾਲ ਮੈਚ ਕਰ ਗਈਆਂ, ਸੇਮ ਹੀ ਇਹਦੀਆਂ ਪ੍ਰੋਪਰਟੀਜ਼ ਇਹਦੇ ਨਾਲ। ਹੁਣ ਦੇਖੋ ਲੀਥੀਅਮ ਦੀ ਪ੍ਰੋਪਰਟੀ ਮੈਗਨੀਸ਼ੀਅਮ ਦੇ ਨਾਲ ਵੇਰੀ ਕਰਦੀ, ਸੇਮ ਰਹਿੰਦੀ ਹੈ ਸਾਰੀ ਲੀਥੀਅਮ ਦੀ ਮੈਗਨੀਸ਼ੀਅਮ ਦੇ ਨਾਲ। ਲੀਥੀਅਮ ਤੋਂ ਬਰੀਲੀਅਮ ਵੱਲ ਮੂਵ ਕਰਦੇ ਆ, ਜਿਹੜਾ ਸਾਈਜ਼ ਹੈ ਉਹ ਕੀ ਕਰਦਾ ਹੈ, ਡਿਕਰੀਜ਼ ਕਰਦਾ ਹੈ। ਬਰੀਲੀਅਮ ਤੋਂ ਮੈਗਨੀਸ਼ੀਅਮ ਵੱਲ ਮੂਵ ਕਰਦੇ ਆ, ਜਿਹੜਾ ਸਾਈਜ਼ ਆ ਉਹ ਕੀ ਕਰਦਾ, ਇਨਕਰੀਜ਼। ਦੇਖੋ ਇੱਥੇ ਜਿੰਨਾ ਸਾਈਜ਼ ਡਿਕਰੀਜ਼ ਕੀਤਾ ਉੱਥੇ ਇੰਨਾ ਕੁ ਸਾਈਜ਼ ਇਨਕਰੀਜ਼ ਵੀ ਕਰ ਗਿਆ, ਮੀਨਸ ਇਹਨਾਂ ਦਾ ਸਾਈਜ਼ ਆਲਮੋਸਟ ਕੀ ਰਿਹਾ, ਸੇਮ ਰਿਹਾ। ਜੇ ਇਹਨਾਂ ਦਾ ਸਾਈਜ਼ ਆਲਮੋਸਟ ਸੇਮ ਹੈ, ਇਟ ਮੀਨਸ ਇਹਨਾਂ ਦੀਆਂ ਕਾਫੀ ਪ੍ਰੋਪਰਟੀਜ਼ ਸਿਮਿਲਰ ਹੋ ਸਕਦੀਆਂ ਨੇ। ਸੋ ਦੈਟਸ ਵਾਈ ਇਹਨਾਂ ਦੀਆਂ ਪ੍ਰੋਪਰਟੀਜ਼ ਸਿਮਿਲਰ ਹੁੰਦੀਆਂ ਨੇ। ਤਾਂ ਕਰਕੇ ਆਪਾਂ ਬੋਲ ਦਿੰਦੇ ਹਾਂ ਕਿ ਜਿਹੜੇ ਐਲੀਮੈਂਟਸ ਡਾਇਗਨਲੀ ਐਗਜ਼ਿਸਟ ਕਰਦੇ ਨੇ ਉਹਨਾਂ ਦੀਆਂ ਪ੍ਰੋਪਰਟੀਜ਼ ਸਿਮਿਲਰ ਆ ਜਾਂਦੀਆਂ ਨੇ। ਇਹਨੂੰ ਬੋਲਦੇ ਡਾਇਗਨਲ ਰਿਲੇਸ਼ਨਸ਼ਿਪ। ਬਹੁਤ ਹੀ ਇੰਪੋਰਟੈਂਟ ਟੌਪਿਕ ਹੈ ਇਹ, ਡਾਇਗਨਲ ਰਿਲੇਸ਼ਨਸ਼ਿਪ। ਅੱਗੇ ਪੜ੍ਹਦੇ ਹਾਂ ਆਪਾਂ। ਨੈਕਸਟ ਹੈ anomalous behavior of first element of each group. Anomalous behavior of first element of each group. ਇਹ ਤੁਹਾਡਾ ਜਿਹੜਾ ਟੌਪਿਕ ਆ ਇਹ ਕਿ +2 ਦੇ ਵਿੱਚ ਵੀ ਤੁਹਾਡਾ ਸਾਥ ਦੇਗਾ, +1 ਦੇ ਵਿੱਚ ਤਾਂ ਦੇਣਾ ਹੀ ਦੇਣਾ ਹੈ। anomalous behavior of first element of each group. First element of each group. ਹਰੇਕ ਗਰੁੱਪ ਦਾ ਜਿਹੜਾ ਫਸਟ ਐਲੀਮੈਂਟ ਹੈ ਉਹਦੀਆਂ ਕੁਝ ਵੱਖਰੀਆਂ ਤਰ੍ਹਾਂ ਦੀਆਂ ਪ੍ਰੋਪਰਟੀਜ਼ ਹੁੰਦੀਆਂ ਨੇ ਜਿਹੜੀਆਂ ਬਾਕੀ ਐਲੀਮੈਂਟ ਦੀਆਂ ਨਹੀਂ ਹੁੰਦੀਆਂ। ਆਪਾਂ ਨੇ ਬੋਲਿਆ ਕਿ ਇੱਕ ਗਰੁੱਪ ਦੇ ਵਿੱਚ ਜਿੰਨੇ ਵੀ ਐਲੀਮੈਂਟਸ ਨੇ ਸਾਰਿਆਂ ਦੀਆਂ ਪ੍ਰੋਪਰਟੀਜ਼ ਸਿਮਿਲਰ ਨੇ, ਬਟ ਜਿਹੜਾ ਫਸਟ ਐਲੀਮੈਂਟ ਆ ਉਹ ਕੁਝ ਵੱਖਰੀਆਂ ਪ੍ਰੋਪਰਟੀਜ਼ ਸ਼ੋ ਕਰਦਾ। ਉਹਦਾ ਕਾਰਨ ਕੀ ਹੈ? ਤਾਂ ਇਹਦੇ ਕਾਰਨ ਹੀ ਤੁਹਾਨੂੰ ਪੇਪਰ 'ਚ ਪੁੱਛੇ ਜਾ ਸਕਦੇ ਨੇ। ਉਹਦੇ ਕਾਰਨ ਕੀ ਨੇ? ਪਹਿਲਾ ਹੈਗਾ ਉਹਦਾ ਸਮਾਲ ਸਾਈਜ਼। ਆਪਾਂ ਬੋਲੇ ਡਾਊਨ ਦਾ ਗਰੁੱਪ ਮੂਵ ਕਰਦੇ ਸਾਈਜ਼ ਇਨਕਰੀਜ਼ ਕਰਦਾ ਹੈ। ਇਟ ਮੀਨਸ ਸਾਰਿਆਂ ਨਾਲੋਂ ਸਮਾਲ ਸਾਈਜ਼ ਕਿਹਦਾ ਹੋ ਗਿਆ? ਪਹਿਲੇ ਐਲੀਮੈਂਟ ਦਾ। ਸਮਾਲ ਸਾਈਜ਼ ਆ ਤਾਂ ਹਾਈ ਆਇਓਨਾਈਜੇਸ਼ਨ એનર્ਜੀ ਹੋਏਗੀ। ਸਮਾਲ ਸਾਈਜ਼ ਆ ਤਾਂ ਹਾਈ ਇਲੈਕਟ੍ਰੋਨ ਗੇਨ એનર્ਜੀ ਹੋਏਗੀ। ਸਮਾਲ ਸਾਈਜ਼ ਆ ਤਾਂ ਹਾਈ ਇਲੈਕਟ੍ਰੋਨੈਗੇਟਿਵਿਟੀ ਹੋਏਗੀ। ਠੀਕ ਹੈ। ਐਬਸੈਂਸ ਆਫ ਸਾਰਿਆਂ ਨੂੰ ਮੋਸਟ ਇੰਪੋਰਟੈਂਟ ਹੈ ਜਿਹੜਾ ਐਬਸੈਂਸ ਆਫ ਡੀ ਸਬਸ਼ਲ। ਠੀਕ ਹੈ ਜੀ। ਤੇ ਇਹਨਾਂ ਕਾਰਨਾਂ ਕਰਕੇ ਹਰੇਕ ਗਰੁੱਪ ਦਾ ਜਿਹੜਾ ਫਸਟ ਐਲੀਮੈਂਟ ਆ ਉਹ ਕੁਝ ਅਨਮਲਸ ਬਿਹੇਵੀਅਰ, ਕੁਝ ਅਲੱਗ ਤਰ੍ਹਾਂ ਦਾ ਬਿਹੇਵੀਅਰ ਸ਼ੋ ਕਰਦਾ। ਕਾਰਨ ਕੀ ਹੈ? ਪਹਿਲੇ ਗਰੁੱਪ ਦਾ ਜਿਹੜਾ ਹਰੇਕ ਗਰੁੱਪ ਦਾ ਜਿਹੜਾ ਫਸਟ ਐਲੀਮੈਂਟ ਹੈ ਸਮਾਲ ਸਾਈਜ਼ ਉਹਦਾ, ਹਾਈ ਆਇਓਨਾਈਜੇਸ਼ਨ એનર્ਜੀ ਹੈ, ਹਾਈ ਇਲੈਕਟ੍ਰੋਨ ਗੇਨ એનર્ਜੀ ਹੈ, ਉਹਦੀ ਇਲੈਕਟ੍ਰੋਨੈਗੇਟਿਵਿਟੀ ਹਾਈ ਹੋਏਗੀ, ਐਬਸੈਂਸ ਆਫ ਡੀ ਸਬਸ਼ਲ ਹੋਏਗਾ। ਕਿਸੇ ਵੀ ਗਰੁੱਪ ਦਾ ਫਸਟ ਐਲੀਮੈਂਟ ਤੁਸੀਂ ਚੈੱਕ ਕਰ ਲਓ, ਕਿਸੇ ਵੀ ਗਰੁੱਪ ਦਾ ਫਸਟ ਐਲੀਮੈਂਟ ਤੁਸੀਂ ਚੈੱਕ ਕਰ ਲਿਓ, ਉਹਦੇ ਵਿੱਚ ਡੀ ਆਰਬਿਟਲਸ ਪ੍ਰੈਜ਼ੈਂਟ ਨਹੀਂ ਹੋਣਗੇ। ਠੀਕ ਹੈ। ਜਿਹੜੇ ਬਾਕੀ ਐਲੀਮੈਂਟਸ ਨੇ ਉਹਨਾਂ 'ਚ ਡੀ ਆਰਬਿਟਲਸ ਖਾਲੀ ਪ੍ਰੈਜ਼ੈਂਟ ਹੋਣਗੇ ਨਾਲ ਅਟੈਚ ਹੋਣਗੇ, ਬਟ ਫਸਟ ਦੇ ਵਿੱਚ ਨਹੀਂ ਹੋਏਗਾ। ਨਾ ਖਾਲੀ ਹੈ ਨਾ ਭਰਿਆ, ਕੁਝ ਵੀ ਨਹੀਂ ਹੈ। ਫਸਟ ਐਲੀਮੈਂਟ ਦੇ ਵਿੱਚ ਡੀ ਆਰਬਿਟਲਸ ਪ੍ਰੈਜ਼ੈਂਟ ਹੀ ਨਹੀਂ ਹੁੰਦੇ, ਬਾਕੀਆਂ ਦੇ ਵਿੱਚ ਪ੍ਰੈਜ਼ੈਂਟ ਨੇ। ਫਸਟ ਗਰੁੱਪ ਦੇ ਫਸਟ ਐਲੀਮੈਂਟ ਦੇ ਵਿੱਚ ਨਹੀਂ ਪ੍ਰੈਜ਼ੈਂਟ ਹੁੰਦੇ, ਹਰੇਕ ਗਰੁੱਪ ਦੇ ਫਸਟ ਐਲੀਮੈਂਟਸ ਨਹੀਂ ਪ੍ਰੈਜ਼ੈਂਟ ਹੁੰਦੇ। ਜਿਵੇਂ ਆਪਣੇ ਕੋਲ ਆਕਸੀਜਨ, ਸਲਫਰ, ਸਲੇਨੀਅਮ, ਟਲੂਰੀਅਮ, ਪਲੂਨੀਅਮ ਹੈ। ਸਲਫਰ ਦੀ ਆਕਸੀਜਨ ਦੀ ਕਨਫੀਗਰੇਸ਼ਨ 1s2 2s2 2p4 ਆਏਗੀ। ਠੀਕ ਹੈ। ਸਲਫਰ ਦੀ ਕੀ ਆ ਜਾਏਗੀ? 3s2 3p4। ਇੱਥੇ 3d0 ਵੀ ਐਗਜ਼ਿਸਟ ਕਰਦਾ, ਨਾਲ 2p0 ਐਗਜ਼ਿਸਟ ਕਰਦਾ ਹੀ ਨਹੀਂ। ਸੋ ਇਟ ਮੀਨਸ ਹਰੇਕ ਗਰੁੱਪ ਦਾ ਫਸਟ ਐਲੀਮੈਂਟ ਹੈ ਜਿਹੜਾ ਉਹਦੇ ਵਿੱਚ ਡੀ ਆਰਬਿਟਲਸ ਜਾਂ ਡੀ ਸਬਸ਼ੈਲਸ ਪ੍ਰੈਜ਼ੈਂਟ ਨਹੀਂ ਹੈਗੇ। ਨਾਓ ਨੈਕਸਟ ਹੈ ਮੈਟੈਲਿਕ ਐਂਡ ਨਾਨ ਮੈਟੈਲਿਕ ਕਰੈਕਟਰ। ਮੈਟੈਲਿਕ ਐਂਡ ਨਾਨ ਮੈਟੈਲਿਕ ਕਰੈਕਟਰ। ਮੈਟੈਲਿਕ ਐਂਡ ਨਾਨ ਮੈਟੈਲਿਕ। ਦੇਖੋ, ਅਗਰ ਕੋਈ ਚੀਜ਼ ਇਲੈਕਟ੍ਰੋਨ ਲੂਜ਼ ਕਰਦੀ ਹੈ ਤਾਂ ਉਹ ਮੈਟਲ ਹੈ। ਅਗਰ ਕੋਈ ਚੀਜ਼ ਇਲੈਕਟ੍ਰੋਨ ਗੇਨ ਕਰਦੀ ਹੈ ਜਾਂ ਅਸੈਪਟ ਕਰਦੀ ਹੈ ਉਹ ਕੀ ਹੈ? ਨਾਨ ਮੈਟਲ ਹੈ। ਜਿਸ ਐਲੀਮੈਂਟ ਦੀ ਇਲੈਕਟ੍ਰੋਨ ਲੂਜ਼ ਕਰਨ ਦੀ ਟੈਂਡੈਂਸੀ ਜ਼ਿਆਦਾ ਹੋਏਗੀ ਉਹ ਜ਼ਿਆਦਾ ਮੈਟੈਲਿਕ ਹੋਏਗਾ। ਜਿਸ ਐਲੀਮੈਂਟ ਦੀ ਇਲੈਕਟ੍ਰੋਨ ਗੇਨ ਕਰਨ ਦੀ ਟੈਂਡੈਂਸੀ ਜ਼ਿਆਦਾ ਹੋਏਗੀ ਉਹ ਜ਼ਿਆਦਾ ਨਾਨ ਮੈਟੈਲਿਕ ਹੋਏਗਾ। ਲੈਫਟ ਟੂ ਰਾਈਟ ਮੂਵ ਕਰਦੇ ਆ, ਸਾਈਜ਼ ਘਟਦਾ ਹੈ, ਇਲੈਕਟ੍ਰੋਨ ਨੂੰ ਲੂਜ਼ ਕਰਨ ਦੀ ਟੈਂਡੈਂਸੀ ਵੀ ਘਟਦੀ ਹੈ। ਇਟ ਮੀਨਸ ਨਾਨ ਮੈਟੈਲਿਕ ਜਿਹੜਾ ਕਰੈਕਟਰ ਹੈ ਉਹ ਇਨਕਰੀਜ਼ ਕਰਦਾ ਹੈ, ਮੈਟੈਲਿਕ ਕਰੈਕਟਰ ਡਿਕਰੀਜ਼ ਕਰਦਾ ਹੈ। ਟੌਪ ਟੂ ਬਾਟਮ ਮੂਵ ਕਰਦੇ ਆ, ਸਾਈਜ਼ ਵੱਧਦਾ ਹੈ, ਇਲੈਕਟ੍ਰੋਨ ਲੂਜ਼ ਕਰਨ ਦੀ ਟੈਂਡੈਂਸੀ ਵੱਧਦੀ ਹੈ। ਦੈਟ ਮੀਨਸ ਮੈਟੈਲਿਕ ਸਾਈਜ਼, ਮੈਟੈਲਿਕ ਕਰੈਕਟਰ ਇਨਕਰੀਜ਼ ਕਰਦਾ ਹੈ, ਨਾਨ ਮੈਟੈਲਿਕ ਡਿਕਰੀਜ਼ ਕਰਦਾ ਹੈ।
समझे। लेफ्ट टू राइट नॉन मैटेलिक करैक्टर इनक्रीज़ करेगा, टॉप टू बॉटम मैटेलिक करैक्टर इनक्रीज़ करेगा। ठीक है जी। अगे जो मैटल्स ऑक्सीजन नाल रिएक्ट करदियां ने तां की बनदा, तां बनदा अपने कोले मैटेलिक ऑक्साइड। मैटेलिक ऑक्साइड ਇਹਦੇ ਵਿੱਚ ਬਣਦਾ नॉन ਮੈਟੈਲਿਕ ਆਕਸਾਈਡ। ਜਨਰਲੀ ਜਿਹੜੇ ਮੈਟੈਲਿਕ ਆਕਸਾਈਡਸ ਨੇ ਦੇ ਆਰ ਬੇਸਿਕ ਇਨ ਨੇਚਰ, ਨॉन ਮੈਟੈਲਿਕ ਆਕਸਾਈਡਸ ਦੇ ਆਰ ਐਸਿਡਿਕ ਇਨ ਨੇਚਰ। ਫੋਰ ਐਗਜ਼ਾਮਪਲ ਮੈਟਲ ਦਾ ਆਕਸਾਈਡ ਹੈ Na2O, ਇਹਦਾ ਪਤਾ ਕਿਵੇਂ ਲੱਗੇਗਾ ਕਿ ਇਹ ਬੇਸਿਕ ਹੈ? ਇਹਨੂੰ ਵਾਟਰ ਦੇ ਵਿੱਚ ਡਿਜ਼ੋਲਵ ਕਰਕੇ ਵੇਖੋ, ਇਹਨੇ NaOH ਦੇਣਾ, ਸੋ ਇਟ ਮੀਨਸ ਇਹ ਬੇਸ ਬਣਾ ਰਿਹਾ ਵਾਟਰ 'ਚ ਜਾ ਕੇ, ਸੋ ਇਹ ਬੇਸਿਕ ਹੈ। ਸੇਮ ਹੀ ਤੁਹਾਡੇ ਕੋਲੇ ਸਲਫਰ ਡਾਈਆਕਸਾਈਡ ਹੈ, ਨॉन ਮੈਟਲ ਦਾ ਆਕਸਾਈਡ ਹੈ, ਵਾਟਰ ਦੇ ਵਿੱਚ ਡਿਜ਼ੋਲਵ ਕੀਤਾ, ਸਲਫਿਊਰਿਕ ਐਸਿਡ ਦਿੱਤਾ ਨੇ, ਇਟ ਮੀਨਸ ਇਹ ਐਸਿਡਿਕ ਹੈ। ਸੋ ਕਿਸੇ ਵੀ ਆਕਸਾਈਡ ਦਾ ਪਤਾ ਕਰਨਾ ਹੋਵੇ ਕਿ ਇਹ ਐਸਿਡਿਕ ਹੈ ਜਾਂ ਬੇਸਿਕ ਹੈ, ਵਾਟਰ ਦੇ ਵਿੱਚ ਡਿਜ਼ੋਲਵ ਕਰ ਲਓ। ਸੋ ਮੈਟੈਲਿਕ ਆਕਸਾਈਡ ਬੇਸਿਕ ਨੇ, ਨॉन ਮੈਟੈਲਿਕ ਆਕਸਾਈਡਸ ਕੀ ਨੇ? ਐਸਿਡਿਕ ਨੇ। ਇਹ ਚੀਜ਼ ਦਾ ਹਮੇਸ਼ਾ ਧਿਆਨ ਰੱਖਣਾ ਹੈ। ਮੈਟੈਲਿਕ ਆਕਸਾਈਡਸ ਆਰ ਬੇਸਿਕ ਇਨ ਨੇਚਰ, ਨॉन ਮੈਟੈਲਿਕ ਆਕਸਾਈਡਸ ਆਰ ਐਸਿਡਿਕ ਇਨ ਨੇਚਰ। ਤਾਂ ਓਵਰਆਲ ਮੈਂ ਤੁਹਾਨੂੰ ਇੱਕ ਓਵਰਵਿਊ ਜਿਹਾ ਦੇ ਦਿੰਦਾ, ਜਿਹੜੀਆਂ ਵੀ ਆਪਾਂ ਪ੍ਰੋਪਰਟੀਜ਼ ਕੀਤੀਆਂ ਨੇ ਉਹ ਕਿਵੇਂ ਵੇਰੀ ਕਰਦੀਆਂ ਨੇ ਇੱਕ ਪੀਰੀਓਡਿਕ ਟੇਬਲ ਦੇ ਵਿੱਚ। ਅਗਰ ਆਪਾਂ ਲੈਫਟ ਟੂ ਰਾਈਟ ਮੂਵ ਕਰਦੇ ਹਾਂ ਤਾਂ ਜਿਹੜੀ ਇਲੈਕਟ੍ਰੋਨ ਗੇਨ ਐਨਰਜੀ ਹੈ, ਆਇਓਨਾਈਜੇਸ਼ਨ ਐਨਰਜੀ ਹੈ, ਇਲੈਕਟ੍ਰੋ ਨੈਗੇਟਿਵਿਟੀ, ਇਹ ਸਾਰੀਆਂ ਇਨਕਰੀਜ਼ ਕਰਦੀਆਂ ਨੇ। ਠੀਕ ਹੈ ਜੀ। ਇਹ ਸਾਰੀਆਂ ਕੀ ਕਰਦੀਆਂ ਨੇ? ਇਨਕਰੀਜ਼ ਕਰਦੀਆਂ ਨੇ। ਅਗਰ ਆਪਾਂ ਜਿੱਧਰ ਨੂੰ ਦੇਖੋ ਐਰੋ ਲੱਗ ਰਿਹਾ ਉੱਧਰ ਨੂੰ ਇਨਕਰੀਜ਼ ਕਰਨਗੀਆਂ। ਅਟੋਮਿਕ ਸਾਈਜ਼ ਇਸ ਪਾਸੇ ਨੂੰ ਇਨਕਰੀਜ਼ ਕਰਦਾ ਹੈ। ਅਟੋਮਿਕ ਸਾਈਜ਼ ਇਸ ਪਾਸੇ ਨੂੰ ਇਨਕਰੀਜ਼ ਕਰਦਾ, ਮਤਲਬ ਰਾਈਟ ਟੂ ਲੈਫਟ, ਯਾਨੀ ਕਿ ਅਗਰ ਆਪਾਂ ਕਹੀਏ ਲੈਫਟ ਟੂ ਰਾਈਟ ਕੀ ਕਰੇਗਾ? ਉਹ डिक्रीज़ करेगा। ओके, डाउन द ग्रुप एटॉमिक रेडियस इनक्रीज़ करता है, एटॉमिक रेडियस इनक्रीज़ करता है। ठीक है जी, डाउन द ग्रुप इनक्रीज़ करता है। अच्छा, अगर आप इन्हां तिन्नां चीज़ों की गल करिए तो डाउन द ग्रुप डिक्रीज़ कर दियाँ, सो आप ये इनक्रीज़ करनगियां। इलैक्ट्रॉन गेन एनर्जी, आयोनाइजेशन एनर्जी, इलैक्ट्रोनैगेटिविटी, ये उपर वालों इनक्रीज़ करनी है। ठीक है, इस तरह मैटेलिक एंड नॉन मैटेलिक करैक्टर है। अगर आप लैफ्ट टू राइट मूव राइट टू लैफ्ट मूव करते हैं, राइट टू लैफ्ट मूव करते हैं, प्लस टॉप टू बॉटम मूव करते हैं, जिहड़ा नॉन मैटेलिक करैक्टर है, नॉन मैटेलिक करैक्टर पर वाल लगना है। अगर आप इदा मूव करते हैं तो इतने मैटेलिक करैक्टर आ जाना है। ठीक है ना, सुनो, अगर आप लैफ्ट टू राइट मूव करते हैं ਜਾਂ बॉटम टू टॉप मूव करते हैं, ਜਿਹੜਾ नॉन मैटेलिक करैक्टर वो इनक्रीज़ करता है। मैं तुहानूं दस्सिया सी साइज़ से डिपेंड करता है। मैटेलिक करैक्टर अगर आप राइट टू लैफ्ट मूव करते हैं, टॉप टू बॉटम मूव करते हैं तो इधर नूं इनक्रीज़ करता। तो जनरल जा याद रखने का एक वे बन गया। सारिया प्रॉपर्टीज़ नूं किद्दां याद रखना, तुसीं किद्दां वेरी करदियां ने वो तुसीं इदां याद रख सकते हो। ठीक है जी, बट जिधर नूं एरो लग्या होया उधर नूं वो प्रॉपर्टी इनक्रीज़ करती है, ये इनक्रीज़ करती है, इधर नूं ये तीनों इनक्रीज़ करदियां ने, इधर नूं ये उपर नूं इनक्रीज़ करदियां ने तीनों, ये नीचे नूं इनक्रीज़ करती है, ये इधर वाल नूं इनक्रीज़ करती है। मैटेलिक करैक्टर नीचे वाल नूं इनक्रीज़ करता है, इधरों इधर नूं इनक्रीज़ करता है, टॉप टू बॉटम इनक्रीज़ करता है। सो दोनों चीज़ों को रिप्रजेंट कर रही है, ताइयों टेढ़ी लाइन लगाई है। सो ये प्रॉपर्टीज़ सीगियां कुछ एक्स्ट्रा प्रॉपर्टीज़। ये चैप्टर अपना खत्म हो गया। इत्थे तक तुसीं चैप्टर पढ़ना चंगी तरह, जे कोई ना चीज़ समझ लगे तो मैं इत्थों पुछ लैनी है। सो मिलते हैं नैक्सट लैक्चर दे विच, 4th चैप्टर दे विच कैमिकल बॉन्डिंग वाला चैप्टर है एक, आप बॉन्डिंग बारे पढ़ना, वो किद्दां किद्दां एटम एक दूसरे नाल कंबाइन करते हैं। सो नैक्सट वीडियो मिलते हैं। टेक केयर, बाय बाय।